ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਬਾय ਜੌਨ ਈਸਟਵੁੱਡ ਔਰ ਉਸ ਦੀ ਐਕਸਰਸਾਈਜ਼ ਹੈ ਜਿਹੜੀ ਉਹ ਆਪਾਂ ਕਰਾਂਗੇ 134 ਨੰਬਰ ਐਕਸਰਸਾਈਜ਼। ਇਸ ਦੇ ਵਿੱਚ ਵੀ ਆਪਾਂ ਨੇ ਕੀ ਕਰਨਾ ਹੈ, ਰਿਪੋਰਟਡ ਸਪੀਚ ਦਾ ਟੈਂਸ ਚੇਂਜ। ਟੈਂਸ ਕਿਸ ਤਰ੍ਹਾਂ ਚੇਂਜ ਹੁੰਦੇ ਨੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ। ਔਰ ਰਿਪੋਰਟਡ ਸਪੀਚ ਸੇਮ ਉਹੀ ਗੱਲ ਹੋ ਗਈ। ਨਰੇਸ਼ਨਸ, ਤੁਹਾਨੂੰ ਨਰੇਸ਼ਨਸ ਨੇ ਜਿਹੜੇ ਉਹਨਾਂ ਬਾਰੇ ਮਤਲਬ ਜਾਣਕਾਰੀ ਹੈ ਜਿਹੜੀ ਹੋਣੀ ਬਹੁਤ ਲਾਜ਼ਮੀ ਹੈ, ਉਹ ਤੁਸੀਂ ਆਪਣੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਫਿਲਹਾਲ ਦੇਖੋ ਇਸ ਐਕਸਰਸਾਈਜ਼ ਦੇ ਵਿੱਚ ਕੀ ਕਰਨਾ। ਸਭ ਤੋਂ ਪਹਿਲਾਂ ਇਸ ਦਾ ਫਸਟ ਪਾਰਟ ਕਰਾਂਗੇ, ਵੈਨ ਡੂ ਵੀ ਚੇਂਜ ਦਾ ਟੈਂਸ। ਅਸੀਂ ਟੈਂਸ ਕਦੋਂ ਚੇਂਜ ਕਰਦੇ ਹਾਂ। ਹੁਣ ਆਪਾਂ ਨੇ ਕੀ ਕਰਨਾ ਹੈ, ਸਭ ਤੋਂ ਪਹਿਲਾਂ ਇਸ ਦਾ ਫਸਟ ਪਾਰਟ ਕਰਾਂਗੇ। ਬਿਲਕੁਲ ਸਿੰਪਲ ਹੈ ਇਹ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪੁੱਟ ਇਨ ਇਜ਼ ਔਰ ਵਾਜ਼। ਆਪਾਂ ਇਜ਼ ਜਾਂ ਫਿਰ ਵਾਜ਼ ਦਾ ਯੂਜ਼ ਕਰਨਾ ਹੈ। ਆਪਾਂ ਨੂੰ ਸੈਂਟੈਂਸ ਦਿੱਤੇ ਨੇ, ਹਰ ਇੱਕ ਸੈਂਟੈਂਸ ਦੇ ਵਿੱਚ ਬਲੈਂਕ ਹੈ ਜਿਹੜੀ ਛੱਡੀ ਹੋਈ ਹੈ, ਉੱਥੇ ਜਾਂ ਤਾਂ ਆਪਾਂ ਇਜ਼ ਲਗਾਵਾਂਗੇ ਜਾਂ ਫਿਰ ਵਾਜ਼ ਲਗਾਵਾਂਗੇ। ਸਮਟਾਈਮਸ ਬੋਥ ਆਰ ਪੋਸੀਬਲ, ਕਈ ਵਾਰ ਦੋਨੋਂ ਹੀ ਪੋਸੀਬਲ ਹੋ ਸਕਦੇ ਨੇ। ਉਹ ਕਿਸ ਤਰ੍ਹਾਂ ਹੋਣਗੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਸਿੰਪਲ ਹੈ ਬਿਲਕੁਲ। ਜੇਕਰ ਪ੍ਰੈਜੈਂਟ ਦੇ ਵਿੱਚ ਹੈ ਟੈਂਸ, ਸੈਂਸ ਪ੍ਰੈਜੈਂਟ ਦੀ ਹੈ ਤਾਂ ਆਪਾਂ ਇਜ਼ ਦਾ ਯੂਜ਼ ਕਰਾਂਗੇ। ਜੇਕਰ ਪਾਸਟ ਦੀ ਹੈ ਫਿਰ ਆਪਾਂ ਵਾਜ਼ ਦਾ ਯੂਜ਼ ਕਰਾਂਗੇ। ਬਟ ਅੱਗੇ ਦੇਖੋ, ਫਿਰ ਵੀ ਰੂਲਸ ਪੜ੍ਹ ਲਓ ਥੋੜੇ ਬਹੁਤ। ਦੇਖੋ ਪਹਿਲੇ 'ਚ ਕੀ ਕਹਿ ਰਿਹਾ, ਆਫਟਰ ਅ ਪਾਸਟ ਟੈਂਸ ਵਰਬ। ਜੇਕਰ ਪਾਸਟ ਟੈਂਸ ਦੀ ਵਰਬ ਹੋਵੇ, ਫॉर एग्जांपल ਸੈਡ, ਮੰਨ ਲਓ ਸੈਡ ਹੈ, ਸੈਡ ਤੋਂ ਬਾਅਦ ਬਲੈਂਕ ਹੈ ਕੋਈ, ਤਾਂ ਉੱਥੇ ਅਕਸਰ ਆਪਾਂ ਕੀ ਕਰਦੇ ਹਾਂ, देयर इज ऑफन अ ਟੈਂਸ ਚੇਂਜ। ਤਾਂ ਅਕਸਰ ਉੱਥੇ ਟੈਂਸ ਹੈ ਜਿਹੜਾ ਉਹ ਚੇਂਜ ਹੁੰਦਾ, ਮਤਲਬ ਕਿ ਪਾਸਟ ਦੇ ਵਿੱਚ ਆਪਾਂ ਕਰ ਦਿੰਦੇ ਹਾਂ। ਐਗਜ਼ਾਮਪਲ ਦੇਖੋ, ਜਿਸ ਤਰ੍ਹਾਂ ਕਿ ਦੋ ਆਪਾਂ ਨੂੰ ਸੈਂਟੈਂਸ ਦਿੱਤੇ ਹੋਏ ਨੇ। ਪਹਿਲਾ ਦੇਖੋ, ਇਟ ਰੀਅਲੀ ਇਜ਼ ਕੋਲਡ ਟੂਡੇ, ਮਤਲਬ ਅੱਜ ਸੱਚਮੁੱਚ ਹੀ ਬਹੁਤ ਜ਼ਿਆਦਾ ਠੰਡ ਹੈ, ਮਤਲਬ ਦਿਨ ਹੈ ਜਿਹੜਾ ਬਹੁਤ ਜ਼ਿਆਦਾ ਠੰਡਾ ਹੈ। ਬਟ ਅੱਗੇ ਦੇਖੋ, ਵਿਕੀ ਸੈਡ ਇਟ ਵਾਜ਼ ਕੋਲਡ। ਇੱਥੇ ਸੈਡ ਆ ਗਿਆ, ਮਤਲਬ ਕਿ ਪਾਸਟ ਦੀ ਫਾਰਮ ਹੋ ਗਈ, ਤਾਂ ਆਪਾਂ ਨੇ ਇੱਥੇ ਇਸ ਦੀ ਜਗ੍ਹਾ ਤੇ ਵਾਜ਼ ਦਾ ਜਿਹੜਾ ਉਹ ਯੂਜ਼ ਕੀਤਾ। ਸਿਰਫ ਮਤਲਬ ਕਿ ਜੇਕਰ ਪਾਸਟ ਦੇ ਵਿੱਚ ਹੋਵੇ, ਸੈਡ ਹੋਵੇ, ਤਾਂ ਆਪਾਂ ਅਕਸਰ ਵਾਜ਼ ਦਾ ਯੂਜ਼ ਕਰਦੇ ਹਾਂ। ਬਟ ਹੋਰ ਵੀ ਕੁਝ ਕੰਡੀਸ਼ਨਸ ਹੁੰਦੀਆਂ ਨੇ, ਉਹ ਆਪਾਂ ਨਾਲ ਹੁੰਦੇ ਤੁਹਾਨੂੰ ਦੱਸਾਂਗੇ। ਅਗਲਾ ਦੇਖੋ, ਇਫ ਦ ਸਟੇਟਮੈਂਟ ਇਜ਼ ਸਟਿਲ ਅਪ ਟੂ ਡੇਟ। ਇੱਕ ਗੱਲ ਹੋਰ ਯਾਦ ਰੱਖਣੀ ਹੈ, ਬੇਸ਼ੱਕ ਪਾਸਟ ਦੇ ਵਿੱਚ ਹੋਵੇ, ਬੇਸ਼ੱਕ ਸੈਡ ਹੋਵੇ, ਬਟ ਜੇਕਰ ਜਿਹੜੀ ਸਟੇਟਮੈਂਟ ਹੈ ਉਹ ਸਟਿਲ ਅਪ ਟੂ ਡੇਟ ਹੋਵੇ, ਮਤਲਬ ਜਿਸ ਗੱਲ ਦੀ, ਮਤਲਬ ਜਿਸ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹਲੇ ਵੀ ਅਪ ਟੂ ਡੇਟ ਹੈ। ਉਹ ਕਿਸ ਤਰ੍ਹਾਂ, ਉਹ ਐਗਜ਼ਾਮਪਲ ਦੇ ਨਾਲ ਦੱਸਾਂਗੇ। ਫਿਰ ਆਪਾਂ ਉੱਥੇ ਇਜ਼ ਦਾ ਵੀ ਯੂਜ਼ ਕਰ ਸਕਦੇ ਹਾਂ, ਹੈ ਨਾ। ਸਟਿਲ ਅਪ ਟੂ ਡੇਟ ਹੋਵੇ ਵੈਨ ਵੀ ਰਿਪੋਰਟਸ ਇਟ। ਜਦੋਂ ਅਸੀਂ ਇਸ ਨੂੰ ਰਿਪੋਰਟ ਕਰਦੇ ਹਾਂ, ਸਟਿਲ ਅਪ ਟੂ ਡੇਟ ਹੋਵੇ, ਦੈਨ ਵੀ ਹੈਵ ਅ ਚੁਆਇਸ। ਉਦੋਂ ਆਪਣੇ ਕੋਲ ਚੁਆਇਸ ਹੁੰਦੀ ਹੈ। ਵੀ ਕੈਨ ਐਦਰ ਲੀਵ ਦਾ ਟੈਂਸ ਦ ਸੇਮ, ਅਸੀਂ ਸੇਮ ਵੀ ਛੱਡ ਸਕਦੇ ਹਾਂ ਪ੍ਰੈਜੈਂਟ ਦੇ ਵਿੱਚ, ਔਰ ਵੀ ਕੈਨ ਚੇਂਜ ਇਟ, ਜਾਂ ਫਿਰ ਇਸ ਨੂੰ ਚੇਂਜ ਵੀ ਕਰ ਸਕਦੇ ਹਾਂ, ਪਾਸਟ ਵੀ ਇਸ ਦਾ ਕਰ ਸਕਦੇ ਹਾਂ। ਜੇਕਰ ਅਪ ਟੂ ਡੇਟ ਹੋਵੇ ਸਟੇਟਮੈਂਟ। ਅਪ ਟੂ ਡੇਟ ਕਿਸ ਤਰ੍ਹਾਂ ਹੋਏਗੀ, ਆਪਣੇ ਲਈ ਇੱਕ ਸੈਂਟੈਂਸ ਹੈ। ਦੇਖੋ, ਕਹਿੰਦੇ ਯੂ ਸੈਡ, ਕਹਿੰਦੇ ਤੁਸੀਂ ਕਿਹਾ ਸੀ ਯੂ ਲਾਈਕ ਜਾਂ ਫਿਰ ਲਾਈਕਡ ਚਾਕਲੇਟ। ਹੁਣ ਜੇਕਰ ਆਪਾਂ ਕਿਸੇ ਨੂੰ ਇੱਕ ਗੱਲ ਕਹਿੰਦੇ ਆ, ਆਪਾਂ ਕਿਸੇ ਨੂੰ ਬੇਸ਼ੱਕ ਪਾਸਟ ਦੇ ਵਿੱਚ ਕਹੀ ਆਪਣੀ ਗੱਲ ਕਿ ਮੈਨੂੰ ਚਾਕਲੇਟ ਪਸੰਦ ਹੈ। ਹੁਣ ਦੇਖੋ, ਜੇਕਰ ਆਪਾਂ ਪਾਸਟ ਦੇ ਵਿੱਚ ਕਹੀ ਤਾਂ ਓਬਵੀਅਸ ਹੈ ਆਪਾਂ ਵਾਜ਼ ਲਾਵਾਂਗੇ, ਹੈ ਨਾ। ਹੀ ਸੈਡ ਮਤਲਬ ਕਿ ਉਸਨੇ ਪਾਸਟ ਦੇ ਵਿੱਚ ਕਹੀ ਕਿ ਉਸ ਨੂੰ ਚਾਕਲੇਟ ਉਹ ਪਸੰਦ ਕਰਦਾ ਚਾਕਲੇਟ, ਤਾਂ ਆਪਾਂ ਕਹਾਂਗੇ ਯੂ ਸੈਡ। ਮਤਲਬ ਆਪਾਂ ਨੂੰ ਕੋਈ ਕਹਿ ਸਕਦਾ ਯੂ ਸੈਡ ਕਿ ਤੁਸੀਂ ਕਿਹਾ ਸੀ ਪਾਸਟ ਦੇ ਵਿੱਚ ਯੂ ਲਾਈਕਡ ਚਾਕਲੇਟ। ਇੱਥੇ ਸੈਡ ਆ ਗਿਆ ਤਾਂ ਲਾਈਕਡ ਸੈਕੰਡ ਫਾਰਮ ਕਰਤੀ ਪਾਸਟ ਦੀ ਕਿ ਤੁਸੀਂ ਚਾਕਲੇਟ ਪਸੰਦ ਕਰਦੇ ਹੋ। ਬਟ ਜੇਕਰ ਦੇਖੀਏ ਇਹ ਆਪਣੀ ਸਟੇਟਮੈਂਟ ਅਪ ਟੂ ਡੇਟ ਹੈ, ਕਿਉਂਕਿ ਆਪਾਂ ਜੇਕਰ ਕਿਸੇ ਚੀਜ਼ ਨੂੰ ਲਾਈਕ ਕਰਦੇ ਹਾਂ, ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕੱਲ ਆਪਾਂ ਕਿਹਾ ਮੈਨੂੰ ਚਾਕਲੇਟ ਪਸੰਦ ਹੈ, ਅੱਜ ਆਪਾਂ ਕੋਈ ਹੋਰ ਚੀਜ਼ ਪਸੰਦ ਕਰ ਲਿਆ ਔਰ ਕੱਲ ਨੂੰ ਆਪਾਂ ਕਹਾਂਗੇ ਆਉਣ ਵਾਲੇ ਕੱਲ ਨੂੰ ਮੈਨੂੰ ਤਾਂ ਕੁਝ ਹੋਰ ਪਸੰਦ ਹੈ। ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਪਸੰਦ ਹੁੰਦੀ ਹੈ ਉਹ ਅਪ ਟੂ ਡੇਟ ਹੁੰਦੀ ਹੈ, ਮਤਲਬ ਕਿ ਉਹ ਹਮੇਸ਼ਾ ਲਈ ਲਗਭਗ ਹੁੰਦੀ ਹੈ ਨਾ। ਤਾਂ ਕਰਕੇ ਉੱਥੇ ਆਪਾਂ ਫਸਟ ਫਾਰਮ ਦਾ ਵੀ ਯੂਜ਼ ਕਰ ਸਕਦੇ ਹਾਂ ਲਾਈਕ, ਔਰ ਲਾਈਕ ਦਾ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਅਪ ਟੂ ਡੇਟ ਹੈ ਜਿਹੜੀ ਆਪਣੀ। ਜੇਕਰ ਕੱਲ ਮੈਂ ਕਿਹਾ ਸੀ ਕਿ ਮੈਨੂੰ ਚਾਕਲੇਟ ਪਸੰਦ ਹੈ ਤਾਂ ਓਬਵੀਅਸ ਹੈ ਅੱਜ ਵੀ ਮੈਨੂੰ ਚਾਕਲੇਟ ਹੀ ਪਸੰਦ ਹੋਵੇਗੀ। ਸੋ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਜਿਹੜੀਆਂ ਹੁੰਦੀਆਂ ਨੇ ਉੱਥੇ ਤੁਸੀਂ ਦੋਨੋਂ ਹੀ ਯੂਜ਼ ਕਰ ਸਕਦੇ ਹੋ। ਇਸ ਦਾ ਯੂਜ਼ ਵੀ ਕਰ ਸਕਦੇ ਹੋ, ਵਾਜ਼ ਦਾ ਯੂਜ਼ ਵੀ ਕਰ ਸਕਦੇ ਹੋ, ਮਤਲਬ ਕਿ ਪ੍ਰੈਜੈਂਟ ਜਾਂ ਫਿਰ ਪਾਸਟ ਵੀ। ਅਗਲਾ ਦੇਖੋ, ਵੀ ਯੂਜ਼ਅਲੀ, ਅਸੀਂ ਅਕਸਰ ਕੀ ਕਰਦੇ ਹਾਂ, ਚੇਂਜ ਦਾ ਟੈਂਸ। ਅਸੀਂ ਅਕਸਰ ਟੈਂਸ ਚੇਂਜ ਕਰ ਦਿੰਦੇ ਹਾਂ। ਇਫ ਵੀ ਥਿੰਕ, ਜੇਕਰ ਸਾਨੂੰ ਲੱਗਦਾ ਹੈ ਦ ਸਟੇਟਮੈਂਟ ਇਜ਼ ਅਨਟਰੂ ਔਰ ਮੇ ਬੀ ਅਨਟਰੂ। ਜੇਕਰ ਸਾਨੂੰ ਕਿਸੇ ਦੀ ਸਟੇਟਮੈਂਟ ਲੱਗਦੀ ਹੈ ਕਿ ਅਨਟਰੂ ਹੈ, ਇਹ ਸੱਚੀ ਨਹੀਂ ਹੈਗੀ, ਜਾਂ ਫਿਰ ਸ਼ਾਇਦ ਸੱਚੀ ਨਹੀਂ ਹੋ ਸਕਦੀ, ਵੀ ਸ਼ਾਇਦ ਅਨਟਰੂ ਹੋਵੇ, ਝੂਠੀ ਹੋਵੇ, ਉਦੋਂ ਵੀ ਆਪਾਂ ਚੇਂਜ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਇੱਥੇ ਕਹਿ ਰਿਹਾ ਯੂ ਸੈਡ ਯੂ ਲਾਈਕਡ ਚਾਕਲੇਟ, ਕਿ ਤੁਸੀਂ ਕਿਹਾ ਸੀ ਤੁਸੀਂ ਚਾਕਲੇਟ ਪਸੰਦ ਕਰਦੇ ਹੋ।
ਬਟ ਯੂ ਆਰ ਨੋਟ ਈਟਿੰਗ ਐਨੀ, ਪਰ ਤੁਸੀਂ ਨੇ ਕੋਈ ਵੀ ਨਹੀਂ ਖਾਈ। ਹੁਣ ਇੱਥੇ ਆਪਾਂ ਨੇ ਇਸ ਲਈ ਇੱਥੇ ਲਾਈਕਡ ਕਰਿਆ, ਇੱਥੇ ਹੁਣ ਲਾਈਕ ਨਹੀਂ ਆਊਗਾ ਕਿਉਂਕਿ ਜਿਹੜੀ ਇਹ ਸਟੇਟਮੈਂਟ ਹੈ ਆਪਾਂ ਨੂੰ ਅਨਟਰੂ ਲੱਗ ਰਹੀ ਹੈ। ਅਨਟਰੂ ਕਿਉਂ ਲੱਗ ਰਹੀ ਹੈ? ਕਿਉਂਕਿ ਆਪਾਂ ਨੇ ਨਾਲ ਇਹ ਵੀ ਕਿਹਾ ਬਟ ਯੂ ਆਰ ਨੋਟ ਈਟਿੰਗ ਐਨੀ, ਵੀ ਤੁਸੀਂ ਖਾ ਤਾਂ ਰਹੇ ਨਹੀਂ। ਹੁਣ ਆਪਾਂ ਨੂੰ ਕਿਸੇ ਨੇ ਕਿਹਾ ਸੀ ਮੈਨੂੰ ਚਾਕਲੇਟ ਪਸੰਦ ਹੈ, ਪਾਸਟ ਦੇ ਵਿੱਚ ਕਿਹਾ ਸੀ, ਹੈ ਨਾ, ਤਾਂ ਆਪਾਂ ਪ੍ਰੈਜੈਂਟ ਦਾ ਵੀ ਬਣਾ ਸਕਦੇ ਹਾਂ, ਲਾਈਕ ਲਾ ਕੇ ਵੀ, ਲਾਈਕਡ ਲਾ ਕੇ ਵੀ ਬਣਾ ਸਕਦੇ ਹਾਂ, ਜਿਸ ਤਰ੍ਹਾਂ ਇਹ ਸੀਗਾ, ਜਿਸ ਤਰ੍ਹਾਂ ਇਹ ਸੀ। ਬਟ ਜੇਕਰ ਆਪਾਂ ਨਾਲ ਇਹ ਚੀਜ਼ ਵੀ ਮੈਂਸ਼ਨ ਕਰਦੇ ਹਾਂ ਵੀ ਆਪਾਂ ਨੂੰ ਸ਼ੱਕ ਹੈ ਵੀ ਅਨਟਰੂ ਹੈ ਦੀ ਸਟੇਟਮੈਂਟ, ਇਸ ਨੂੰ ਚਾਕਲੇਟ ਸ਼ਾਇਦ ਨਾ ਪਸੰਦ ਹੋਵੇ, ਆਪਾਂ ਉਸ ਨੂੰ ਕਹਿ ਰਹੇ ਹਾਂ ਵੀ ਤੂੰ ਮੈਨੂੰ ਕਿਹਾ ਸੀ ਤੈਨੂੰ ਚਾਕਲੇਟ ਪਸੰਦ ਹੈ ਪਰ ਤੂੰ ਖਾਈ ਤਾਂ ਕੋਈ ਹੈ ਨਹੀਂ, ਮਤਲਬ ਕਿ ਸਟੇਟਮੈਂਟ ਆਪਾਂ ਨੂੰ ਅਨਟਰੂ ਲੱਗ ਰਹੀ ਹੈ, ਉੱਥੇ ਆਪਾਂ ਪਾਸਟ ਦਾ ਹੀ ਯੂਜ਼ ਕਰਾਂਗੇ। ਬਾਕੀ ਦੇਖੋ ਅੱਗੇ ਸਟਾਰਟ ਕਰਦੇ ਹਾਂ। ਦੇਖੋ ਫਸਟ ਕਹਿੰਦਾ ਆਈ ਹੀਅਰਡ ਟੂਡੇ, ਕਹਿੰਦਾ ਅੱਜ ਮੈਂ ਸੁਣਿਆ, ਹੈ ਨਾ, ਆਈ ਹੀਅਰਡ ਟੂਡੇ ਦੈਟ ਦ ਹਾਊਸ ਡੈਸ਼ ਫॉर ਸੇਲ, ਕਹਿੰਦਾ ਮਤਲਬ ਕਿ ਮੈਂ ਅੱਜ ਸੁਣਿਆ ਕਿ ਜਿਹੜਾ ਇਹ ਘਰ ਹੈ ਉਹ ਵਿਕਾਊ ਹੈ, ਫॉर ਸੇਲ ਹੈ। ਆਈ ਵੰਡਰ ਹੂ ਵਿਲ ਬਾਏ ਇਟ, ਕਹਿੰਦਾ ਮੈਂ ਹੈਰਾਨ ਹੋਵਾਂਗਾ ਕਿ ਇਸ ਨੂੰ ਕੌਣ ਖਰੀਦੂਗਾ, ਮੈਨੂੰ ਹੈਰਾਨੀ ਹੋਵੇਗੀ ਇਸ ਨੂੰ ਕੌਣ ਖਰੀਦੂਗਾ ਇਸ ਘਰ ਨੂੰ। ਹੁਣ ਇੱਥੇ ਦੇਖੋ ਇਸ ਤੇ ਵਾਜ਼ 'ਚੋਂ ਆਪਾਂ ਕੀ ਯੂਜ਼ ਕਰਾਂਗੇ। ਹੁਣ ਜੇਕਰ ਆਪਾਂ ਦੇਖੀਏ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਆਈ ਹੀਅਰਡ ਟੂਡੇ ਦੈਟ ਦਾ ਹਾਊਸ, ਇੱਥੇ ਵਾਜ਼ ਵੀ ਲਗਾ ਸਕਦਾ ਕਿਉਂਕਿ ਆਪਾਂ ਕਹਾਂਗੇ ਕਿ ਪਾਸਟ ਦੇ ਵਿੱਚ ਆਈ ਹੀਅਰਡ, ਬਟ ਦੇਖੋ ਹਾਂ ਪਾਸਟ ਦੇ ਵਿੱਚ ਹੈ ਵੀ ਮੈਂ ਸੁਣਿਆ ਸੀਗਾ ਇਹ ਘਰ ਵਿਕਾਊ ਹੈ। ਹੁਣ ਅਗਲੀ ਸਟੇਟਮੈਂਟ ਦੇਖੋ, ਅਗਲਾ ਸੈਂਟੈਂਸ ਇਸ ਦੇ ਵਿੱਚ ਕਹਿ ਰਿਹਾ ਕਹਿੰਦਾ ਆਈ ਵੰਡਰ ਹੂ ਵਿਲ ਬਾਏ ਇਟ, ਕਿ ਮੈਂ ਹੈਰਾਨ ਹੋਊਂਗਾ ਇਸ ਨੂੰ ਕੌਣ ਖਰੀਦੂਗਾ। ਇਹ ਗਾ ਕਹਿ ਰਿਹਾ ਕੌਣ ਖਰੀਦੂਗਾ, ਇਹਦਾ ਮਤਲਬ ਹਜੇ ਜਿਹੜਾ ਘਰ ਹੈ ਉਹ ਵਿਕਿਆ ਨਹੀਂ ਹੈਗਾ, ਮਤਲਬ ਕਿ ਹਲੇ ਵੀ ਅਪ ਟੂ ਡੇਟ ਹੈ ਜਿਹੜੀ ਇਹ ਸਟੇਟਮੈਂਟ ਹੈ। ਹਾਂ ਜੇਕਰ ਇੱਥੇ ਕੋਈ ਇਸ ਤਰ੍ਹਾਂ ਦਾ ਲਿਖਿਆ ਹੁੰਦਾ, ਮੰਨ ਲਓ ਫਾਰ ਐਗਜ਼ਾਮਪਲ ਇਸ ਤਰ੍ਹਾਂ ਦਾ ਲਿਖਿਆ ਹੁੰਦਾ ਕਿ ਟੌਮ ਨੇ ਉਹ ਘਰ ਖਰੀਦ ਲਿਆ, ਮੈਂ ਸੁਣਿਆ ਸੀ ਕਿ ਉਹ ਘਰ ਵਿਕਾਊ ਸੀ ਤੇ ਟੌਮ ਨੇ ਉਹ ਘਰ ਖਰੀਦ ਲਿਆ, ਮਤਲਬ ਵਿਕ ਚੁੱਕਿਆ, ਤਾਂ ਜਿਹੜੀ ਇਹ ਸਟੇਟਮੈਂਟ ਸੀ ਉਹ ਪਾਸਟ ਦੇ ਵਿੱਚ ਸੀਗੀ ਕਿ ਮੈਂ ਸੁਣਿਆ ਸੀਗਾ ਇਹ ਵਿਕਾਊ ਸੀ ਪਰ ਟੌਮ ਨੇ ਖਰੀਦ ਲਿਆ। ਕਿਉਂਕਿ ਸਟੇਟਮੈਂਟ ਹੈ ਕਿ ਮੈਂ ਹੈਰਾਨ ਹੋਵਾਂਗਾ ਕੌਣ ਇਸ ਨੂੰ ਖਰੀਦੂਗਾ, ਇਹਦਾ ਮਤਲਬ ਹਲੇ ਵੀ ਇਹ ਘਰ ਨਹੀਂ ਵਿਕਿਆ, ਜਿਹੜੀ ਸਟੇਟਮੈਂਟ ਹੈ ਹਲੇ ਵੀ ਅਪ ਟੂ ਡੇਟ ਹੈ, ਤਾਂ ਕਰਕੇ ਆਪਾਂ ਇੱਥੇ ਇਸ ਦਾ ਯੂਜ਼ ਕਰਾਂਗੇ ਦਿਮਾਗ ਨਾਲ ਲਾ ਕੇ, ਮਤਲਬ ਦਿਮਾਗ ਨਾਲ ਥੋੜਾ ਸੋਚ ਕੇ ਬਣਾਉਣਾ ਹੈ। ਅਗਲਾ ਦੇਖੋ ਕਹਿੰਦਾ ਆਈ ਸੌ ਡੇਵਿਡ ਜੈਸਟਰਡੇ, ਹੁਣ ਇੱਥੇ ਦੇਖੋ ਮੈਂ ਕਹਿੰਦਾ ਡੇਵਿਡ ਨੂੰ ਕੱਲ ਦੇਖਿਆ ਸੀ ਜਾਂ ਫਿਰ ਕੱਲ ਮਿਲਿਆ ਸੀ, ਹੈ ਨਾ। ਹੀ ਸੈਡ, ਉਸਨੇ ਕਿਹਾ, ਹੀ ਔਨ ਹਿਜ਼ ਵੇ ਟੂ ਵਿਜ਼ਿਟ ਹਿਜ਼ ਸਿਸਟਰ, ਉਸਨੇ ਮੈਨੂੰ ਕਿਹਾ ਸੀ ਕਿ ਉਹ ਆਪਣੀ ਸਿਸਟਰ ਨੂੰ ਮਿਲਣ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਹੈ। ਹੁਣ ਦੇਖੋ ਇਹ ਸਟੇਟਮੈਂਟ ਪਾਸਟ ਦੇ ਵਿੱਚ ਹੈ ਬਟ ਇਹ ਦੇਖੋ ਇਹ ਅਪ ਟੂ ਡੇਟ ਹੋ ਸਕਦੀ ਹੈ, ਉਹ ਕੱਲ ਜਾ ਰਿਹਾ ਸੀ ਆਪਣੀ ਭੈਣ ਨੂੰ ਮਿਲਣ, ਰਸਤੇ ਦੇ ਵਿੱਚ ਸੀਗਾ, ਇਹਦਾ ਮਤਲਬ ਇਹ ਥੋੜੀ ਕਿ ਅੱਜ ਵੀ ਉਹ ਰਸਤੇ 'ਚ ਹੀ ਫਿਰਦਾ ਹੈ ਨਾ, ਕਿਉਂਕਿ ਉਹ ਤਾਂ ਕੱਲ ਦਾ ਟਾਈਮ ਸੀਗਾ, ਉਹਦੀ ਜਰਨੀ ਪੂਰੀ ਹੋ ਗਈ ਹੋਵੇਗੀ, ਤਾਂ ਕਰਕੇ ਇੱਥੇ ਆਪਾਂ ਵਾਜ਼ ਦਾ ਯੂਜ਼ ਹੈ ਜਿਹੜਾ ਉਹ ਕਰਾਂਗੇ। ਅਗਲਾ ਦੇਖੋ ਦਿਸ ਵਾਲਟ ਇਜ਼ ਮੇਡ ਆਫ ਪਲਾਸਟਿਕ ਨਾਟ ਲੈਦਰ, ਕਹਿੰਦਾ ਜਿਹੜਾ ਇਹ ਵਾਲਟ ਹੈ ਇਹ ਪਲਾਸਟਿਕ ਦਾ ਬਣਿਆ ਹੋਇਆ ਹੈ, ਲੈਦਰ ਦਾ ਬਣਿਆ ਹੋਇਆ ਨਹੀਂ ਹੈਗਾ। ਵਾਈ ਡਿਡ ਯੂ ਟੈਲ ਮੀ ਇਟ ਲੈਦਰ, ਤਾਂ ਕਹਿੰਦਾ ਫਿਰ ਤੁਸੀਂ ਨੇ ਮੈਨੂੰ ਕਿਉਂ ਕਿਹਾ ਸੀ ਕਿ ਲੈਦਰ ਦਾ ਬਣਿਆ ਹੋਇਆ, ਕਿਉਂਕਿ ਜਿਹੜੀ ਉਸ ਨੂੰ ਗੱਲ ਕਹੀ ਗਈ ਸੀ ਕਿ ਲੈਦਰ ਦਾ ਬਣਿਆ ਹੋਇਆ ਉਹ ਪਾਸਟ ਦੇ ਵਿੱਚ ਕਹੀ ਸੀ, ਤਾਂ ਕਰਕੇ ਕਹਿ ਰਿਹਾ ਵਾਈ ਡਿਡ ਯੂ ਟੈਲ ਮੀ, ਕਿ ਤੁਸੀਂ ਨੇ ਮੈਨੂੰ ਕਿਉਂ ਕਿਹਾ ਸੀ, ਪਾਸਟ ਦੇ ਵਿੱਚ ਕਿਹਾ ਸੀ ਕਿ ਲੈਦਰ ਦਾ ਬਣਿਆ ਹੋਇਆ, ਪਰ ਕਹਿੰਦਾ ਹੁਣ ਮੈਨੂੰ ਪਤਾ ਚੱਲ ਗਿਆ ਪਲਾਸਟਿਕ ਦਾ, ਲੈਦਰ ਦਾ ਨਹੀਂ ਹੈਗਾ, ਤਾਂ ਜਿਹੜੀ ਇਹ ਸਟੇਟਮੈਂਟ ਜਿਹੜੀ ਉਸ ਨੂੰ ਕਹੀ ਸੀ ਇਹ ਪਾਸਟ ਦੇ ਵਿੱਚ ਸੀ, ਤਾਂ ਕਰਕੇ ਇੱਥੇ ਆਪਾਂ ਵਾਜ਼ ਦਾ ਯੂਜ਼ ਕਰਾਂਗੇ, ਵਾਜ਼ ਲੈਦਰ। ਸੈਕੰਡ ਦੇਖੋ ਵੀ ਹੈਡ ਟੂ ਹਰੀ ਯੈਸਟਰਡੇ, ਕਹਿੰਦਾ ਕੱਲ ਸਾਨੂੰ ਯੈਸਟਰਡੇ ਮਾਰਨਿੰਗ, ਕੱਲ ਸਾਨੂੰ ਬਹੁਤ ਜ਼ਿਆਦਾ ਜਲਦੀ ਸੀ, ਕਾਹਲੀ ਸੀ। ਜਸਟ ਐਜ਼ ਵੀ ਅਰਾਈਵਡ ਐਟ ਦਾ ਸਟੇਸ਼ਨ, ਜਿਉਂ ਹੀ ਕਹਿੰਦਾ ਅਸੀਂ ਸਟੇਸ਼ਨ ਤੇ ਪਹੁੰਚੇ, ਸਾਰੀ ਗੱਲ ਦੇਖੋ ਪਾਸਟ ਚੱਲ ਰਹੀ ਹੈ, ਕੱਲ ਦੀ ਗੱਲ ਚੱਲ ਰਹੀ ਹੈ, ਜਿਉਂ ਹੀ ਕਹਿੰਦਾ ਅਸੀਂ ਸਟੇਸ਼ਨ ਉੱਤੇ ਪਹੁੰਚੇ ਵੀ ਹੀਅਰਡ ਐਨ ਅਨਾਉਂਸਮੈਂਟ, ਅਸੀਂ ਨੇ ਅਨਾਉਂਸਮੈਂਟ ਸੁਣੀ that the train about to left, ਕਿ ਜਿਹੜੀ ਟ੍ਰੇਨ ਹੈ ਉਹ ਚੱਲਣ ਵਾਲੀ ਸੀ। ਦੇਖੋ ਇਹ ਸਟੇਟਮੈਂਟ ਪਾਸਟ ਦੀ ਹੈ, ਇਹ ਸਟਿਲ ਅਪ ਟੂ ਡੇਟ ਨਹੀਂ ਹੈਗੀ, ਇਹਦਾ ਮਤਲਬ ਇਹ ਥੋੜੀ ਅਨਾਉਂਸਮੈਂਟ ਅੱਜ ਵੀ ਹੋਈ ਜਾਂਦੀ ਹੈ ਕਿ ਟ੍ਰੇਨ ਚੱਲਣ ਵਾਲੀ ਹੈ, ਇਹ ਤਾਂ ਕੱਲ ਦੀ ਗੱਲ ਹੈ, ਕੱਲ ਉਹਨਾਂ ਨੇ ਅਨਾਉਂਸਮੈਂਟ ਸੁਣੀ ਸੀ ਜਦੋਂ ਉਹ ਸਟੇਸ਼ਨ ਤੇ ਪਹੁੰਚੇ ਕਿ ਟ੍ਰੇਨ ਜਿਹੜੀ ਚੱਲਣ ਵਾਲੀ ਹੈ, ਇਹ ਅਨਾਉਂਸਮੈਂਟ ਕੱਲ ਹੋਈ ਸੀ, ਤਾਂ ਕਰਕੇ ਇੱਥੇ ਆਪਾਂ ਵਾਜ਼ ਦਾ ਯੂਜ਼ ਕਰਾਂਗੇ। ਆਈ ਹੋਪ ਕਿ ਤੁਹਾਡੇ ਸਮਝ ਆਈ ਆ ਰਿਹਾ ਹੈ। ਥਰਡ ਦੇਖੋ ਕਹਿੰਦਾ ਆਈ ਸੌ ਈਮਾ ਜਸਟ ਨਾਓ, ਮੈਂ ਹੁਣੇ ਇਹ ਗੱਲ ਯਾਦ ਰੱਖਣੀ ਹੈ, ਜਸਟ ਨਾਓ ਮੈਂ ਈਮਾ ਨੂੰ ਹੁਣੇ ਕਹਿੰਦਾ ਮੈਂ ਦੇਖਿਆ। ਸ਼ੀ ਸੈਡ, ਉਸਨੇ ਕਿਹਾ ਹਰ ਟੂਥ ਸਟਿਲ ਐਕਿੰਗ, ਕਿ ਜਿਹੜਾ ਉਸ ਦਾ ਦੰਦ ਹੈ ਉਹ ਹਲੇ ਵੀ ਦਰਦ ਕਰ ਰਿਹਾ ਹੈ। ਦੇਖੋ ਇੱਥੇ ਸੈਡ ਹੈ, ਬਿਲਕੁਲ ਸੈਡ ਹੈ, ਤਾਂ ਸੈਡ ਤੋਂ ਬਾਅਦ ਆਪਾਂ ਵਾਜ਼ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹਾਂ। ਬਟ ਜੇਕਰ ਤੁਸੀਂ ਦੇਖੋ ਜਿਹੜੀ ਇਹ ਸਟੇਟਮੈਂਟ ਹੈ ਸ਼ੀ ਸੈਡ ਹਰ ਟੂਥ ਸਟਿਲ ਐਕਿੰਗ, ਕਿ ਉਸ ਦਾ ਦੰਦ ਹਲੇ ਵੀ ਦਰਦ ਕਰ ਰਿਹਾ ਹੈ, ਇਹ ਜਿਹੜੀ ਸਟੇਟਮੈਂਟ ਹੈ ਇਹ ਅਪ ਟੂ ਡੇਟ ਹੈ, ਹਲੇ ਵੀ
ਅਪ ਟੂ ਡੇਟ ਕਿਸੇ ਤਰ੍ਹਾਂ, ਕਿਉਂਕਿ ਉਸਨੇ ਆਪਾਂ ਨੂੰ ਪਹਿਲੇ ਸੈਂਟੈਂਸ 'ਚ ਇਹ ਕਿਹਾ, ਹਾਲਾਂਕਿ ਈਮਾ ਨੂੰ ਉਹ ਮਿਲਿਆ ਥੋੜਾ ਟਾਈਮ ਪਹਿਲਾਂ ਮਿਲਿਆ, ਜਸਟ ਨਾਓ ਮਿਲਿਆ, ਕਹਿੰਦਾ ਮੈਂ ਹੁਣੇ ਈਮਾ ਨੂੰ ਮਿਲਿਆ ਤੇ ਉਸਨੇ ਮੈਨੂੰ ਕਿਹਾ ਉਸਦਾ ਦੰਦ ਹੈ ਜਿਹੜਾ ਹਲੇ ਵੀ ਦਰਦ ਕਰ ਰਿਹਾ ਹੈ। ਇਹਦਾ ਮਤਲਬ ਜਿਹੜਾ ਉਸਦਾ ਦੰਦ ਹੈ ਉਹ ਹਲੇ ਵੀ ਪ੍ਰੈਜ਼ੈਂਟ ਦੇ ਵਿੱਚ ਵੀ ਦਰਦ ਕਰ ਰਿਹਾ ਹੈ। ਜਿਹੜੀ ਸਟੇਟਮੈਂਟ ਹੈ ਅਪ ਟੂ ਡੇਟ ਹੈ, ਇਹਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਹੁਣੇ ਆਪਣੇ ਲਵੋਂ ਦੀ ਕੋਈ ਲੰਘਿਆ, ਉਹ ਕਹਿ ਰਿਹਾ ਮੇਰਾ ਦੰਦ ਹੈ ਜਿਹੜਾ ਦਰਦ ਕਰ ਰਿਹਾ ਹੈ, ਆਪਾਂ ਥੋੜਾ ਅੱਗੇ ਜਾ ਕੇ ਕਿਸੇ ਨੂੰ ਦੱਸਦੇ ਹਾਂ ਤੇ ਉਹ ਪਾਸਟ ਦੇ ਵਿੱਚ ਹੋ ਗਿਆ। ਮਤਲਬ ਉਸਨੇ ਇੰਨੀ ਜਲਦੀ ਕਿਹੜਾ ਦੰਦ ਉਸਦਾ ਦਰਦ ਕਰਨ ਨੂੰ ਹਟ ਗਿਆ, ਹਲੇ ਵੀ ਦਰਦ ਕਰ ਰਿਹਾ, ਤਾਂ ਕਰਕੇ ਇਸ ਨੂੰ ਸੈਡ ਲੱਗਿਆ ਹੋਇਆ ਆਪਾਂ ਵਾਜ਼ ਵੀ ਕਰ ਸਕਦੇ ਹਾਂ ਔਰ ਆਪਾਂ ਇਜ਼ ਵੀ ਕਰ ਸਕਦੇ ਹਾਂ। ਇਜ਼ ਵੀ ਆ ਸਕਦਾ ਹੈ ਜਾਂ ਇੱਥੇ ਵਾਜ਼ ਵੀ ਆ ਸਕਦਾ, ਦੋਨੋਂ ਚੀਜ਼ਾਂ ਆ ਸਕਦੀਆਂ ਨੇ, ਦੋਵਾਂ ਵਿੱਚੋਂ ਕੋਈ ਗਲਤ ਨਹੀਂ, ਕਿਉਂਕਿ ਇਹਨਾਂ ਨੇ ਕਿਹਾ ਸਮ ਟਾਈਮਸ ਬੋਥ ਆਰ ਪੋਸੀਬਲ, ਕਿਉਂਕਿ ਪਾਸਟ ਦੀ ਸਟੇਟਮੈਂਟ ਹੋ ਗਈ, ਸੈਡ ਆ ਗਿਆ ਤਾਂ ਵਾਜ਼ ਦਾ ਆਪਾਂ ਯੂਜ਼ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਔਰ ਜੇਕਰ ਆਪਾਂ ਹਿਸਾਬ ਲਾਈਏ ਤਾਂ ਅਪ ਟੂ ਡੇਟ ਹੈ ਥੋੜੀ ਜਿਹੀ ਸਟੇਟਮੈਂਟ, ਆਪਾਂ ਜਸਟ ਹੁਣੇ ਮਿਲੇ ਸੇ, ਇਹਦਾ ਮਤਲਬ ਹੁਣ ਵੀ ਉਸਦਾ ਦੰਦ ਦਰਦ ਕਰ ਰਿਹਾ, ਤਾਂ ਕਰਕੇ ਇਜ਼ ਵੀ ਲਗਾ ਸਕਦੇ ਹਾਂ। ਚੌਥਾ, ਆਈ ਐਮ ਸਰਪ੍ਰਾਈਜ਼ਡ ਮੈਥਿਊ ਲੋਸਟ, ਕਹਿੰਦਾ ਮੈਂ ਸਰਪ੍ਰਾਈਜ਼ਡ ਹਾਂ ਕਿ ਜਿਹੜਾ ਮੈਥਿਊ ਹੈ ਉਹ ਹਾਰ ਗਿਆ। I thought, ਮੈਂ ਸੋਚਿਆ ਸੀ he much better at tennis than Daniel, ਪਰ ਕਹਿੰਦਾ ਮੈਂ ਤਾਂ ਸੋਚਿਆ ਸੀ ਕਿ ਉਹ ਟੈਨਿਸ ਦੇ ਵਿੱਚ ਡੈਨੀਅਲ ਤੋਂ ਜ਼ਿਆਦਾ ਵਧੀਆ ਹੈ। ਹੁਣ ਦੇਖੋ ਜਿਹੜੀ ਉਸਨੇ ਗੱਲ ਸੋਚੀ ਸੀ ਇਹ ਪਾਸਟ ਦੇ ਵਿੱਚ ਸੋਚੀ ਸੀ, ਕਿਉਂਕਿ ਉਸਨੇ ਸੋਚਿਆ ਤਾਂ ਪਹਿਲਾਂ ਸੀ, ਉਸਨੇ ਪਹਿਲਾਂ ਸੋਚਿਆ ਸੀ ਕਿ ਜਿਹੜਾ ਮੈਥਿਊ ਹੈ ਉਹ ਡੈਨੀਅਲ ਤੋਂ ਟੈਨਿਸ ਦੇ ਵਿੱਚ ਵਧੀਆ ਹੈ, ਪਰ ਪ੍ਰੈਜੈਂਟ ਦੇ ਵਿੱਚ ਜਦੋਂ ਹੁਣ ਉਹ ਹਾਰ ਗਿਆ ਤਾਂ ਕਰਕੇ ਉਹ ਹਾਰਨ ਤੋਂ ਬਾਅਦ ਜਦੋਂ ਮੈਥਿਊ ਹਾਰ ਗਿਆ ਉਸ ਤੋਂ ਬਾਅਦ ਇਹ ਬੋਲ ਰਿਹਾ ਹੈ ਕਿ ਮੈਂ ਤਾਂ ਸੋਚਿਆ ਸੀ ਕਿ ਉਹ ਵਧੀਆ ਪਰ ਉਹ ਤਾਂ ਹਾਰ ਗਿਆ, ਮਤਲਬ ਪਾਸਟ ਦੇ ਵਿੱਚ ਸੋਚਿਆ ਸੀ ਤਾਂ ਕਰਕੇ ਹੀ ਵਾਜ਼ ਮਚ ਬੈਟਰ। ਪੰਜਵਾਂ, ਵੈਨ ਹੀ ਸਪੋਕ ਟੂ ਰਿਪੋਰਟਡ ਯੈਸਟਰਡੇ, ਜਦੋਂ ਮਤਲਬ ਯੈਸਟਰਡੇ ਉਹ ਰਿਪੋਰਟਰ ਨੂੰ ਬੋਲਿਆ ਹੈ ਨਾ, ਤਾਂ ਮਿਸਟਰ ਡੋਗਲਸ ਹੈ ਜਿਹੜਾ ਸੈਡ, ਮਿਸਟਰ ਡੋਗਲਸ ਨੇ ਕਿਹਾ, ਸੈਡ ਕੀ ਕਿਹਾ, ਦੈਟ ਜ਼ੈਡਿਕੋ ਨਾਓ ਇਨ ਅ ਮਚ ਬੈਟਰ ਫਾਈਨੈਂਸ਼ੀਅਲ ਪੋਜੀਸ਼ਨ, ਕਿ ਜਿਹੜੀ ਜ਼ੈਡਕੋ ਕੰਪਨੀ ਹੈ ਹੁਣ ਫਾਈਨੈਂਸ਼ੀਅਲੀ ਉਹ ਮਤਲਬ ਵਧੀਆ ਪੋਜੀਸ਼ਨ ਤੇ ਹੈ। ਹੁਣ ਦੇਖੋ ਇੱਥੇ ਕਿਸੇ ਕੰਪਨੀ ਦੀ ਸਟੇਟਮੈਂਟ ਆ ਗਈ ਕਿ ਕੋਈ ਕੰਪਨੀ ਆ ਬਹੁਤ ਵੱਡੀ ਜ਼ੈਡਕੋ, ਉਸ ਨੂੰ ਕਿਹਾ ਗਿਆ ਕਿ ਉਹ ਫਾਈਨੈਂਸ਼ੀਅਲੀ ਹੁਣ ਬਹੁਤ ਵਧੀਆ ਹੈ, ਔਰ ਕਿਹਾ ਵੀ ਕਦੋਂ ਗਿਆ, ਯੈਸਟਰਡੇ। ਦੇਖੋ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਸਟੇਟਮੈਂਟ ਆਪਾਂ ਦਿੰਨੇ ਆ, ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਕੱਲ੍ਹ ਤੱਕ ਇਹ ਬਹੁਤ ਵਧੀਆ ਤੇ ਅੱਜ ਹੀ ਉਹ ਨੀਚੇ ਹੋ ਗਈ, ਮਤਲਬ ਕਿ ਹਾਲੇ ਵੀ ਸਟੇਟਮੈਂਟ ਅਪ ਟੂ ਡੇਟ ਹੈ। ਬਟ ਦੂਸਰਾ ਸੈਡ ਆ ਗਿਆ ਤਾਂ ਆਪਾਂ ਵਾਜ਼ ਦਾ ਵੀ ਯੂਜ਼ ਕਰ ਸਕਦੇ ਹਾਂ ਔਰ ਇਜ਼ ਦਾ ਵੀ ਯੂਜ਼ ਇੱਥੇ ਕਰ ਸਕਦੇ ਹਾਂ। ਇੱਥੇ ਵਾਜ਼ ਅਤੇ ਇਜ਼ ਦੋਵਾਂ ਦੇ ਵਿੱਚੋਂ ਕਿਸੇ ਦਾ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਜੇਕਰ ਤੁਸੀਂ ਇੱਕ ਬਿਲਕੁਲ ਆਸਾਨ ਜਿਹਾ ਟ੍ਰਿਕ ਹੈ, ਜੇਕਰ ਸੈਡ ਆਉਂਦਾ ਹੈ ਸੈਡ ਤੋਂ ਬਾਅਦ ਤੁਸੀਂ ਵਾਜ਼ ਦਾ ਹੀ ਯੂਜ਼ ਕਰ ਲਓ, ਕੋਈ ਪ੍ਰੋਬਲਮ ਨਹੀਂ। ਜੇਕਰ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਅਪ ਟੂ ਡੇਟ ਹੈ ਜਾਂ ਨਹੀਂ ਹੈ ਤਾਂ ਸੈਡ ਤੋਂ ਬਾਅਦ ਤੁਸੀਂ ਵਾਜ਼ ਦਾ ਯੂਜ਼ ਕਰ ਸਕਦੇ ਹੋ। ਬਟ ਅੱਗੇ ਦੇਖਣਾ ਜਿਸ ਤਰ੍ਹਾਂ ਕਿ ਇਸ ਦੇ ਵਿੱਚ ਸੀ, ਅਗਲੀ ਸਟੇਟਮੈਂਟ ਵੀ ਦੇਖਣੀ ਹੈ ਕਿ ਉਸਨੇ ਕਿਹਾ ਸੀ ਕਿ ਕੌਣ ਖਰੀਦੂਗਾ, ਮਤਲਬ ਕਿ ਹਜੇ ਵੀ ਖਰੀਦਿਆ ਨਹੀਂ ਸੀ ਇਹਦਾ ਮਤਲਬ, ਤਾਂ ਕਰਕੇ ਇੱਥੇ ਆਪਾਂ ਇਜ਼ ਲਾਤਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ। ਸੋ ਇਹ ਸੀ ਆਪਣੀ ਇਸ ਐਕਸਰਸਾਈਜ਼ ਦਾ ਆਪਣਾ ਪਾਰਟ ਫਸਟ। ਐਂਡ ਅੱਗੇ ਨੈਕਸਟ ਦੇਖੋ ਆਪਾਂ ਇਸ ਦਾ ਸੈਕੰਡ ਪਾਰਟ ਕਰਦੇ ਹਾਂ। ਥਰਡ ਆਪਾਂ ਨੇ ਨਹੀਂ ਕਰਨਾ, ਸਿਰਫ ਫਸਟ ਅਤੇ ਸੈਕੰਡ ਹੀ ਕਰਨਾ ਹੈ। ਇਸ ਦੇ ਵਿੱਚ ਕੀ ਕਰਨਾ ਹੈ, ਦ ਟੈਂਸਸ ਚੇਂਜ। ਹੁਣ ਆਪਾਂ ਨੇ ਟੈਂਸ ਚੇਂਜ ਕਰਨੇ ਨੇ, ਮੈਂ ਤੁਹਾਨੂੰ ਟੈਂਸ ਦੱਸਿਆ ਸੀ ਕਿਸ ਤਰ੍ਹਾਂ ਚੇਂਜ ਕਰਨੇ ਨੇ। ਜੇਕਰ ਪ੍ਰੈਜ਼ੈਂਟ ਇੰਡੈਫੀਨਿਟ ਹੈ ਤਾਂ ਪਾਸਟ ਇੰਡੈਫੀਨਿਟ ਕਰ ਦਿਓ, ਪ੍ਰੈਜ਼ੈਂਟ ਕੰਟੀਨਿਊਸ ਹੈ ਪਾਸਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ ਹੈ ਪਾਸਟ ਪਰਫੈਕਟ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਤਾਂ ਪਾਸਟ ਪਰਫੈਕਟ ਕੰਟੀਨਿਊਸ। ਜੇਕਰ ਪਹਿਲਾਂ ਤੋਂ ਪ੍ਰੈਜ਼ੈਂਟ ਇੰਡੈਫੀਨਿਟ ਹੈ ਤਾਂ ਪਾਸਟ ਪਰਫੈਕਟ, ਪਹਿਲਾਂ ਤੋਂ ਆਪਣਾ ਪਾਸਟ ਕੰਟੀਨਿਊਸ ਹੈ ਤਾਂ ਪਾਸਟ ਪਰਫੈਕਟ ਕੰਟੀਨਿਊਸ। ਜੇਕਰ ਪਹਿਲਾਂ ਤੋਂ ਪਾਸਟ ਪਰਫੈਕਟ ਹੈ ਨੋ ਚੇਂਜ, ਪਾਸਟ ਪਰਫੈਕਟ ਕੰਟੀਨਿਊਸ ਹੈ ਨੋ ਚੇਂਜ। ਬਾਕੀ ਚੇਂਜਸ ਤੁਹਾਨੂੰ ਪਤਾ ਹੀ ਹੈ। ਸੋ ਟੈਂਸ ਇਸ ਤਰ੍ਹਾਂ ਚੇਂਜ ਕਰਨੇ ਨੇ। ਹੁਣ ਦੇਖੋ ਆਪਾਂ ਇਸ ਦੇ ਵਿੱਚ ਕਰਨਾ ਕੀ ਹੈ, ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੇਕਰ ਧਿਆਨ ਨਾਲ ਸਮਝੋਗੇ ਤਾਂ। ਹੁਣ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪਹਿਲੀ ਗੱਲ ਤਾਂ ਦੇਖੋ ਦੋ ਦੇ ਜੋੜੇ ਨੇ, ਇਹ ਗੱਲ ਯਾਦ ਰੱਖਣਾ, ਦੋ ਦੇ ਜੋੜੇ, ਦੋ ਨੂੰ ਮਿਲਾ ਕੇ ਇੱਕ ਕੰਪਲੀਟ ਹੋਏਗਾ। ਆਪਾਂ ਨੇ ਕਰਨਾ ਕਹਿੰਦੇ ਕੰਪਲੀਟ ਦਾ ਰਿਪਲਾਈਜ਼, ਆਪਾਂ ਨੇ ਰਿਪਲਾਈ ਕੰਪਲੀਟ ਕਰਨੇ ਨੇ। ਰਿਪਲਾਈ ਕਿਸ ਤਰ੍ਹਾਂ, ਜਿਸ ਤਰ੍ਹਾਂ ਕਿ ਇਹ ਦੋ ਸੈਂਟੈਂਸ ਦਾ ਜੋੜਾ ਹੈ। ਜਿਹੜਾ ਮੈਥਿਊ ਹੈ, ਮੈਥਿਊ ਨੇ ਉੱਪਰ ਕੋਈ ਸਟੇਟਮੈਂਟ ਦਿੱਤੀ ਤਾਂ ਆਪਾਂ ਉਸ ਦੀ ਸਟੇਟਮੈਂਟ ਦਾ ਨੀਚੇ ਰਿਪਲਾਈ ਕਰ ਰਹੇ ਹਾਂ ਔਰ ਉਸ ਰਿਪਲਾਈ ਨੂੰ ਆਪਾਂ ਨੇ ਕੰਪਲੀਟ ਕਰਨਾ ਹੈ। ਔਰ ਅੱਗੇ ਕੀ ਕਰਨਾ ਹੈ, ਦ ਸੈਕੰਡ ਸਪੀਕਰ, ਜਿਹੜਾ ਸੈਕੰਡ ਸਪੀਕਰ ਹੈ ਮਤਲਬ ਰਿਪਲਾਈ ਕਰ ਰਿਹਾ ਜਿਹੜਾ, ਇਜ਼ ਸਰਪ੍ਰਾਈਜ਼ਡ ਐਟ ਵਟ ਹੀ ਔਰ ਸ਼ੀ ਹੀਅਰਸ, ਉਹ ਮਤਲਬ ਸਰਪ੍ਰਾਈਜ਼ ਹੋਊਗਾ ਹਰ ਇੱਕ ਸੈਂਟੈਂਸ ਦੇ ਵਿੱਚ। ਵੀ ਜਿਵੇਂ ਇਹ ਦੋ ਨੇ, ਜਿਹੜਾ ਮੈਥਿਊ ਨੇ ਜੋ ਉੱਪਰ ਸਟੇਟਮੈਂਟ ਦਿੱਤੀ ਉਸ ਦੀ ਸਟੇਟਮੈਂਟ ਦੇ ਨਾਲ ਜਿਹੜੀ ਨੀਚੇ ਜਿਵੇਂ ਰੈਚਲ ਹੈ ਇਹ ਰਿਪਲਾਈ ਕਰ ਰਹੀ ਹੈ, ਇਹ ਉਸ ਦੀ ਸਟੇਟਮੈਂਟ ਦੇ ਨਾਲ ਸਹਿਮਤ ਨਹੀਂ ਹੋਊਗੀ, ਮਤਲਬ ਕਿ ਸਰਪ੍ਰਾਈਜ਼ ਹੋਊਗੀ ਉਸ ਦੇ, ਜਦੋਂ ਆਪਾਂ ਰਿਪਲਾਈ ਕਰਨਾ ਉਸ ਦਾ ਉਲਟ ਹੋ ਜਾਏਗਾ। ਦੇਖੋ ਇਸ ਤਰ੍ਹਾਂ ਹੋਏਗਾ ਸਾਰੇ ਹੀ ਸੈਂਟੈਂਸਾਂ ਦੇ ਵਿੱਚ। ਮੰਨ ਲਓ ਫਾਰ ਐਗਜ਼ਾਮਪਲ ਉੱਪਰ ਜਿਵੇਂ ਮੈਥਿਊ ਹੈ, ਫਾਰ ਐਗਜ਼ਾਮਪਲ ਮੈਥਿਊ ਨੇ ਕਿਹਾ ਕਿ ਮੈਂ ਕੋਲਡ ਡਰਿੰਕ ਪਸੰਦ ਨਹੀਂ ਕਰਦਾ ਹਾਂ,
ਮੈਥਿਊ ਨੇ ਕਿਹਾ ਸੀ ਮੈਂ ਕੋਲਡ ਡਰਿੰਕ ਪਸੰਦ ਨਹੀਂ ਕਰਦਾ। ਤਾਂ ਜਦੋਂ ਨੀਚੇ ਰਿਪਲਾਈ ਕਰੂ ਰੈਚਲ, ਤਾਂ ਰੈਚਲ ਉਸ ਨੂੰ ਕਹੂਗੀ ਪਰ ਤੂੰ ਤਾਂ ਕਿਹਾ ਸੀ ਕਿ ਮੈਂ ਕੋਲਡ ਡਰਿੰਕ ਪਸੰਦ ਕਰਦਾ ਹਾਂ, ਮਤਲਬ ਕਿ ਉਲਟ ਚੱਲੂਗਾ ਉਸਦੇ। ਆਈ ਹੋਪ ਕਿ ਸਮਝ ਜਾਓਗੇ ਜਦੋਂ ਆਪਾਂ ਬਣਾਵਾਂਗੇ। ਔਰ ਅਗਲਾ ਜਿਹੜਾ ਟੈਂਸ ਹੈ ਉਹ ਤੁਸੀਂ ਨੇ ਇਸੇ ਤਰ੍ਹਾਂ ਚੇਂਜ ਕਰ ਦੇਣੇ ਨੇ। ਜੇਕਰ ਪ੍ਰੈਜ਼ੈਂਟ ਕੰਟੀਨਿਊਸ ਹੈ ਤਾਂ ਪਾਸਟ ਕੰਟੀਨਿਊਸ, ਇਸ ਤਰ੍ਹਾਂ ਸਾਰੇ ਹੀ। ਦੇਖੋ ਆਪਾਂ ਸਟਾਰਟ ਕਰਦੇ ਹਾਂ। ਮੈਥਿਊ ਕੀ ਕਹਿ ਰਿਹਾ ਹੈ, ਕਹਿੰਦਾ ਈਮਾ ਐਂਡ ਆਈ ਆਰ ਗੈਟਿੰਗ ਮੈਰਿਡ। ਪਹਿਲੀ ਗੱਲ ਤਾਂ ਤੁਸੀਂ ਨੇ ਇਹ ਯਾਦ ਰੱਖਣਾ ਹੈ, ਈਮਾ ਐਂਡ ਆਈ ਆਰ ਗੈਟਿੰਗ ਮੈਰਿਡ ਮਤਲਬ ਕਿ ਇਹ ਪ੍ਰੈਜ਼ੈਂਟ ਕੰਟੀਨਿਊਸ ਹੈ। ਹੁਣ ਆਪਾਂ ਜਦੋਂ ਬਣਾਵਾਂਗੇ ਇਸ ਨੂੰ ਪਾਸਟ ਕੰਟੀਨਿਊਸ ਬਣਾਵਾਂਗੇ। ਹੁਣ ਦੇਖੋ ਨੀਚੇ ਰੈਚਲ ਰਿਪਲਾਈ ਕਰ ਰਹੀ ਹੈ, ਮਤਲਬ ਇਸ ਨਾਲ ਸਹਿਮਤ ਨਹੀਂ ਹੋਵੇਗੀ, ਹਾਲਾਂਕਿ ਆਪਣੇ ਪਹਿਲਾਂ ਤੋਂ ਬਣਾਏ ਹੋਏ ਨੇ। ਰੈਚਲ ਇਸ ਨਾਲ ਸਹਿਮਤ ਨਹੀਂ ਹੋਗੀ। ਦੇਖੋ ਰੈਚਲ ਕਹ ਰਹੀ ਰੀਅਲੀ, ਸੱਚਮੁੱਚ, ਮਤਲਬ ਕਿ ਹੈਰਾਨ ਹੋ ਗਈ ਵੀ ਤੁਸੀਂ ਤੇ ਤੂੰ ਤੇ ਈਮਾ ਮਤਲਬ ਸ਼ਾਦੀ ਕਰ ਰਹੇ ਹੋ, ਮਤਲਬ ਤੂੰ ਤੇ ਈਮਾ ਹੀ ਦੋ ਜਣੇ ਹੋ ਗਏ, ਯੂ ਹੋ ਗਿਆ ਹੈ ਨਾ। ਬਟ ਯੂ ਸੈਡ, ਦੇਖੋ ਪਰ ਤੂੰ ਤਾਂ ਮੈਨੂੰ ਕਿਹਾ ਸੀ, ਬਟ ਯੂ ਸੈਡ ਲਾਸਟ ਵੀਕ, ਪਰ ਲਾਸਟ ਵੀਕ ਤਾਂ ਕਹਿੰਦੀ ਤੂੰ ਮੈਨੂੰ ਕਿਹਾ ਸੀ। ਹੁਣ ਆਪਾਂ ਇਸ ਦਾ ਉਲਟ ਕਰ ਦਾਂਗੇ। ਉਸਨੇ ਕਿਹਾ ਕਿ ਈਮਾ ਐਂਡ ਆਈ ਕਿ ਅਸੀਂ ਵਿਆਹ ਕਰਵਾ ਰਹੇ ਹਾਂ, ਤਾਂ ਆਪਾਂ ਇੱਥੇ ਕਰਾਂਗੇ ਵੀ ਲਾਸਟ ਵੀਕ ਤਾਂ ਤੂੰ ਕਿਹਾ ਸੀ ਵੀ ਮਤਲਬ ਤੁਸੀਂ ਵਿਆਹ ਜਿਹੜਾ ਉਹ ਨਹੀਂ ਕਰਵਾ ਰਹੇ। ਔਰ ਉਸ ਤੋਂ ਬਾਅਦ ਜਿਹੜਾ ਟੈਂਸ ਹੈ ਚੇਂਜ ਕਰਾਂਗੇ। ਪ੍ਰੈਜ਼ੈਂਟ ਕੰਟੀਨਿਊਸ ਹੈ, ਆਪਾਂ ਪਾਸਟ ਕੰਟੀਨਿਊਸ ਕਰਾਂਗੇ। ਦੇਖੋ ਉਸਨੇ ਕਿਹਾ ਸੀ ਆਈ ਐਂਡ ਈਮਾ, ਮਤਲਬ ਦੋ ਜਣੇ ਹੋ ਗਏ ਤਾਂ ਉਹਨਾਂ ਨੂੰ ਯੂ ਕਰਤਾ, ਯੂ। ਹੁਣ ਪਾਸਟ ਕੰਟੀਨਿਊਸ, ਆਈ ਦੇ ਨਾਲ ਐਮ ਸੀਗਾ, ਮਤਲਬ ਆਈ ਦੇ ਨਾਲ ਆਈ ਤੇ ਈਮਾ ਦੇ ਨਾਲ ਆਰ ਸੀਗਾ, ਆਪਾਂ ਯੂ ਦੇ ਨਾਲ ਵਰ ਕਰਤਾ, ਯੂ ਵਰ, ਕਿਉਂਕਿ ਆਪਾਂ ਨੈਗੇਟਿਵ ਬਣਾਉਣਾ ਹੈ ਕਿ ਤੁਸੀਂ ਤਾਂ ਕਹਿ ਰਹੇ ਵੀ ਤੂੰ ਤਾਂ ਕਹਿ ਰਿਹਾ ਸੀ ਕਿ ਤੁਸੀਂ ਵਿਆਹ ਨਹੀਂ ਕਰਵਾ ਰਹੇ, ਤਾਂ ਯੂ ਵਰ ਨਾਟ ਗੈਟਿੰਗ ਮੈਰਿਡ। ਦੇਖੋ ਉਸਦੇ ਉਲਟ ਹੋ ਗਿਆ ਵੀ ਪਰ ਤੂੰ ਤਾਂ ਕਹਿ ਰਿਹਾ ਸੀ ਕਿ ਤੁਸੀਂ ਵਿਆਹ ਨਹੀਂ ਕਰਵਾ ਰਹੇ। ਅੱਗੇ ਦੇਖੋ ਰੀਟਾ, ਦੇਖੋ ਪਜ਼ਲ ਨਹੀਂ ਹੋਣਾ ਬਿਲਕੁਲ ਵੀ, ਆਰਾਮ ਦੇ ਨਾਲ ਸਮਝਣਾ ਹੈ। ਹੋ ਸਕਦਾ ਮੈਂ ਵੀ ਸਮਝਾਉਣ ਦੇ ਵਿੱਚ ਮਤਲਬ ਥੋੜਾ ਜਲਦਬਾਜ਼ੀ ਕਰ ਰਿਹਾ ਹੋਵਾਂ ਜਾਂ ਤੁਹਾਨੂੰ ਸਮਝ ਨਾ ਆਵੇ, ਪਰ ਜੇਕਰ ਇੱਕ ਵਾਰ ਦੁਬਾਰਾ ਸੁਣੋਗੇ ਤੁਹਾਨੂੰ ਆਰਾਮ ਦੇ ਨਾਲ ਸਮਝ ਆਊਗਾ ਕਿਸ ਤਰ੍ਹਾਂ ਬਣ ਰਹੇ ਨੇ। ਦੇਖੋ ਸਾਰੇ ਦੇਖੋ। ਅਗਲਾ ਦੇਖੋ ਰੀਟਾ ਕੀ ਕਹਿ ਰਹੀ ਹੈ, ਇਹ ਦੋ ਨੇ। ਹੁਣ ਰੀਟਾ ਕਹਿੰਦੀ ਆਈ ਲਾਈਕ ਪੌਪ ਮਿਊਜ਼ਿਕ। ਰੀਟਾ ਕਹਿ ਰਹੀ ਹੈ ਆਈ ਲਾਈਕ ਪੌਪ ਮਿਊਜ਼ਿਕ ਮੋਰ ਦੈਨ ਕਲਾਸੀਕਲ ਮਿਊਜ਼ਿਕ। ਕਹਿੰਦੀ ਮੈਨੂੰ ਪੌਪ ਮਿਊਜ਼ਿਕ ਜ਼ਿਆਦਾ ਪਸੰਦ ਹੈ ਕਲਾਸੀਕਲ ਮਿਊਜ਼ਿਕ ਦੇ ਨਾਲੋਂ। ਹੁਣ ਆਪਾਂ ਉਸ ਦਾ ਰਿਪਲਾਈ ਕਰਾਂਗੇ ਵੀ ਪਰ ਤੂੰ ਤਾਂ ਮੈਨੂੰ ਕਿਹਾ ਸੀ ਵੀ ਤੈਨੂੰ ਕਲਾਸੀਕਲ ਮਿਊਜ਼ਿਕ ਪਸੰਦ ਹੈ ਨਾ, ਮਤਲਬ ਉਲਟ ਹੋ ਗਿਆ। ਉਸਨੇ ਆਪਾਂ ਨੂੰ ਕਿਹਾ ਸੀ ਕਿ ਮੈਨੂੰ, ਉਸਨੇ ਉੱਪਰ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਪੌਪ ਮਿਊਜ਼ਿਕ ਪਸੰਦ ਹੈ, ਕਲਾਸੀਕਲ ਮਿਊਜ਼ਿਕ ਪਸੰਦ ਨਹੀਂ ਹੈਗਾ। ਤਾਂ ਹੁਣ ਆਪਾਂ ਉਸ ਨੂੰ ਰਿਪਲਾਈ ਦੇ ਵਿੱਚ ਕਹਾਂਗੇ ਵੀ ਤੂੰ ਤਾਂ ਕਿਹਾ ਸੀ ਤੈਨੂੰ ਕਲਾਸੀਕਲ ਮਿਊਜ਼ਿਕ ਪਸੰਦ ਹੈ, ਮਤਲਬ ਕਿ ਇਸ ਤਰ੍ਹਾਂ ਉਲਟ ਚੱਲੂਗਾ। ਹੁਣ ਦੇਖੋ ਅਗਲਾ ਆਈ ਲਾਈਕ ਪੌਪ ਮਿਊਜ਼ਿਕ, ਪ੍ਰੈਜ਼ੈਂਟ ਇੰਡੈਫੀਨਿਟ ਹੈ, ਤਾਂ ਆਪਾਂ ਇੱਥੇ ਇਸ ਨੂੰ ਕਰਾਂਗੇ ਪਾਸਟ ਇੰਡੈਫੀਨਿਟ, ਮਤਲਬ ਕਿ ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਹੈ ਜਿਹੜੀ ਉਹ ਆਪਾਂ ਕਰ ਦਾਂਗੇ। ਹੁਣ ਦੇਖੋ ਕੀ ਕਹਿ ਰਿਹਾ ਅੱਗੇ, ਕਹਿੰਦਾ ਆਈ ਐਮ ਸ਼ੋਰ, ਪਰ ਮੈਂ ਸ਼ੋਰ ਹਾਂ। ਕਹਿੰਦਾ ਯੂ ਟੋਲਡ ਮੀ, ਕਿ ਤੂੰ ਮੈਨੂੰ ਕਿਹਾ ਸੀ। ਹੁਣ ਦੇਖੋ ਕਰ ਦਾਂਗੇ। ਉਸਨੇ ਕਿਹਾ ਆਈ ਲਾਈਕ, ਤਾਂ ਆਈ ਦਾ ਉੱਥੇ ਯੂ ਹੋ ਜਾਏਗਾ ਆਪਾਂ, ਕਿਉਂਕਿ ਉਸ ਨੂੰ ਕਹਿ ਰਿਹਾ ਹੁਣ ਯੂ, ਤਾਂ ਯੂ ਲਾਈਕ ਦਾ ਲਾਈਕਡ ਕਰਤਾ, ਯੂ ਲਾਈਕਡ ਕਲਾਸੀਕਲ ਮਿਊਜ਼ਿਕ। ਦੇਖੋ ਆਪਾਂ ਨੇ ਕਹਿਤਾ ਯੂ ਲਾਈਕਡ ਕਲਾਸੀਕਲ ਮਿਊਜ਼ਿਕ। ਉਸਨੇ ਕਿਹਾ ਸੀ ਕਿ ਮੈਨੂੰ ਪੌਪ ਮਿਊਜ਼ਿਕ ਪਸੰਦ ਹੈ ਕਲਾਸੀਕਲ ਮਿਊਜ਼ਿਕ ਦੇ ਨਾਲੋਂ, ਵੀ ਕਲਾਸੀਕਲ ਮਿਊਜ਼ਿਕ ਨਹੀਂ ਪਸੰਦ। ਤਾਂ ਆਪਾਂ ਨੇ ਕਿਹਾ ਵੀ ਤੂੰ ਮੈਨੂੰ ਕਿਹਾ ਸੀ ਯੂ ਲਾਈਕਡ ਕਲਾਸੀਕਲ ਮਿਊਜ਼ਿਕ, ਕਿ ਤੈਨੂੰ ਕਲਾਸੀਕਲ ਮਿਊਜ਼ਿਕ ਜ਼ਿਆਦਾ ਪਸੰਦ ਹੈ। ਅਗਲਾ ਦੇਖੋ ਵਿਕੀ, ਆਈ ਹੈਵ ਨਾਟ ਫਿਨਿਸ਼ਡ ਮਾਈ ਪ੍ਰੋਜੈਕਟ। ਕਹਿੰਦਾ ਮੈਂ ਆਪਣਾ ਪ੍ਰੋਜੈਕਟ ਹੈ ਜਿਹੜਾ ਉਹ ਫਿਨਿਸ਼ ਨਹੀਂ ਕੀਤਾ। ਹੁਣ ਇੱਥੇ ਕਹਿ ਰਿਹਾ ਮੈਂ ਆਪਣਾ ਪ੍ਰੋਜੈਕਟ ਫਿਨਿਸ਼ ਨਹੀਂ ਕੀਤਾ, ਆਈ ਹੈਵ ਨਾਟ ਫਿਨਿਸ਼ਡ, ਮਤਲਬ ਕਿ ਪ੍ਰੈਜ਼ੈਂਟ ਪਰਫੈਕਟ ਹੈ, ਤਾਂ ਆਪਾਂ ਜਦੋਂ ਬਣਾਵਾਂਗੇ ਆਪਾਂ ਪਾਸਟ ਪਰਫੈਕਟ ਬਣਾਵਾਂਗੇ। ਹੁਣ ਆਪਾਂ ਇਸ ਦੀ ਸਟੇਟਮੈਂਟ ਨੂੰ ਉਲਟਾ ਕਰਾਂਗੇ। ਇਹ ਕਹਿੰਦਾ ਵੀ ਮੈਂ ਆਪਣਾ ਪ੍ਰੋਜੈਕਟ ਹੈ ਜਿਹੜਾ ਫਿਨਿਸ਼ ਨਹੀਂ ਕੀਤਾ, ਤਾਂ ਆਪਾਂ ਇਸ ਨੂੰ ਕਹਾਂਗੇ ਵੀ ਪਰ ਤੂੰ ਤਾਂ ਸਾਨੂੰ ਕਿਹਾ ਸੀ ਕਿ ਤੂੰ ਆਪਣਾ ਪ੍ਰੋਜੈਕਟ ਹੈ ਜਿਹੜਾ ਫਿਨਿਸ਼ ਕਰਤਾ, ਔਰ ਪਾਸਟ ਪਰਫੈਕਟ ਬਣਾਵਾਂਗੇ। ਦੇਖੋ ਈਮਾ ਕਹਿੰਦੀ ਹੈਵਨਟ ਯੂ, ਕਿ ਤੂੰ ਨਹੀਂ ਕੀਤਾ। ਆਈ ਥੌਟ ਯੂ ਸੈਡ, ਪਰ ਮੈਨੂੰ ਤਾਂ ਲੱਗਿਆ ਯੂ ਸੈਡ ਵੀ ਤੂੰ ਕਿਹਾ ਸੀ। ਉਸ ਤੋਂ ਬਾਅਦ ਦੇਖੋ ਆਈ ਦਾ ਯੂ ਆ ਗਿਆ, ਕਿਉਂਕਿ ਆਪਾਂ ਉਸ ਨੂੰ ਕਹਿ ਰਹੇ ਹਾਂ ਯੂ, ਤਾਂ ਆਪਾਂ ਪਾਸਟ ਪਰਫੈਕਟ ਬਣਾਉਣਾ ਹੈ। ਯੂ ਹੈਡ ਫਿਨਿਸ਼ਡ ਯੋਰ ਪ੍ਰੋਜੈਕਟ, ਵੀ ਮੈਨੂੰ ਤਾਂ ਲੱਗਿਆ ਤੂੰ ਮੈਨੂੰ ਕਿਹਾ ਸੀ ਯੂ ਹੈਡ ਫਿਨਿਸ਼ਡ ਯੋਰ ਪ੍ਰੋਜੈਕਟ, ਕਿ ਤੂੰ ਆਪਣਾ ਪ੍ਰੋਜੈਕਟ ਫਿਨਿਸ਼ ਕਰਤਾ, ਕਿਉਂਕਿ ਇਸ ਨੇ ਕਿਹਾ ਕਿ ਮੈਂ ਨਹੀਂ ਕਰਿਆ। ਅੱਗੇ ਰੈਚਲ ਕੀ ਕਹਿ ਰਹੀ ਹੈ, ਆਈ ਐਮ ਔਨ ਅ ਡਾਈਟ, ਕਹਿੰਦੀ ਮੈਂ ਡਾਈਟ ਤੇ ਹਾਂ। ਔਰ ਨਤਾਸ਼ਾ ਕਹਿ ਰਹੀ ਹੈ ਬਟ ਯੂ ਟੋਲਡ ਮੀ, ਪਰ ਤੂੰ ਤਾਂ ਮੈਨੂੰ ਕਿਹਾ ਸੀ। ਤਾਂ ਹੁਣ ਆਪਾਂ ਇੱਥੇ ਕਰ ਦਾਂਗੇ ਪਰ ਤੂੰ ਤਾਂ ਮੈਨੂੰ ਕਿਹਾ ਸੀ, ਤੂੰ ਡਾਈਟ ਤੇ ਨਹੀਂ ਹੈਗੀ। ਔਰ ਇਹ ਹੈਗਾ ਆਈ ਐਮ ਔਨ ਡਾਈਟ, ਤਾਂ ਆਪਾਂ ਇਸ ਦਾ ਇਜ਼ ਐਮ ਆਰ ਹੈ ਇੱਥੇ, ਆਈ ਐਮ ਇਸ ਦਾ ਆਪਾਂ ਵਾਜ਼ ਵਰ ਕਰ ਦਾਂਗੇ। ਔਰ ਯੂ ਆਏਗਾ, ਆਈ ਦਾ ਆਪਾਂ ਉਸ ਨੂੰ ਕਹਾਂਗੇ ਯੂ, ਤਾਂ ਯੂ ਦਾ ਹੈਗਾ ਵਰ, ਯੂ ਵਰ ਨਾਟ ਔਨ ਅ ਡਾਈਟ, ਪਰ ਤੂੰ ਤਾਂ ਕਹਿੰਦੀ ਮੈਨੂੰ ਕਿਹਾ ਸੀ ਯੂ ਆਰ ਨਾਟ ਔਨ ਅ ਡਾਈਟ, ਕਿ ਤੂੰ ਡਾਈਟ ਤੇ ਨਹੀਂ ਹੈਗੀ। ਇੱਥੇ ਇਹ ਕਹਿ ਰਹੀ ਸੀ ਕਿ ਮੈਂ ਡਾਈਟ ਤੇ ਹਾਂ। ਅੱਗੇ ਦੇਖੋ ਐਂਡਰਿਊ,
आई ਇੰਜੋਏ ਪਾਰਟੀਜ਼, ਮੈਂ ਪਾਰਟੀਜ਼ ਇੰਜੋਏ ਕਰਦਾ, आई ਇੰਜੋਏ ਪਾਰਟੀਜ਼। ਪਾਸਟ ਇੰਡੈਫੀਨਿਟ ਆਪਣਾ ਸੌਰੀ ਪ੍ਰੈਜੈਂਟ ਇੰਡੈਫੀਨਿਟ ਹੈ ਤਾਂ ਆਪਾਂ ਪਾਸਟ ਇੰਡੈਫੀਨਿਟ ਕਰਾਂਗੇ। ਹੁਣ ਇਹ ਕਹਿ ਰਿਹਾ आई ਇੰਜੋਏ ਪਾਰਟੀਜ਼, ਪਰ ਆਪਾਂ ਕਹਾਂਗੇ ਪਰ ਤੂੰ ਤਾਂ ਕਿਹਾ ਸੀ ਕਿ ਤੂੰ ਪਾਰਟੀ ਇੰਜੋਏ ਨਹੀਂ ਕਰਦਾ। ਦੇਖੋ ਡੈਨੀਅਲ, ਸ਼ੋਰਲੀ आई रिमेंबर, कहना मैंने पूरी तरह याद है यू सेइंग, कि तू मैंने कह रहा सी यू, देखो आई दा यू आ गया और आपां ने करना है कि तू पार्टी इंजॉय नहीं करता और पास्ट इंडेफिनेट दे विच करना है। ये कहता आई इंजॉय पार्टीज, आप कहांगे कि तू तो मैंने कहा सी तू पार्टी इंजॉय नहीं करता और पास्ट इंडेफिनेट दे विच करना है। पास्ट इंडेफिनेट दा जो आप नैगेटिव बनाने डिड नॉट, यू डिड नॉट इंजॉय वर्ब दी फर्स्ट फॉर्म पार्टीज, कि तू पार्टीज इंजॉय नहीं करता। मैथ्यू अगे कहना आई एम अप्लाइंग फॉर द जॉब, प्रेजेंट कॉन्टीन्यूज, आई एम अप्लाइंग फॉर द जॉब, कहना मैं जॉब है जी अप्लाई कर रहा, जॉब के लिए मैं अप्लाई कर रहा। हुण आपां कहांगे पर तू तो मैनू कहा सी कि तू जॉब के लिए अप्लाई नहीं कर रहा और बनावांगे आपां पास्ट कॉन्टीन्यूज। देखो आई थॉट यू टोल्ड मी, हुण पास्ट कॉन्टीन्यूज बनावांगे। ये कहता मैं जॉब लिए अप्लाई कर रहा तो आप कहांगे जॉब लिए अप्लाई नहीं कर रहा सी, पास्ट कॉन्टीन्यूज, मतलब कि यू वर नॉट अप्लाइंग फॉर द जॉब। देखो बिल्कुल आसान है ਜਿਹੜਾ ਆਪਾਂ ਬਣਾਏ ਨੇ ਇਹ, ਜੇਕਰ ਤੁਸੀਂ ਸਿਰਫ ਬਣਾਉਂਦੇ ਬਣਾਉਂਦੇ ਹੀ ਦੇਖ ਲਓ ਆਪਾਂ ਕਿਸ ਤਰ੍ਹਾਂ ਬਣਾਏ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾ ਕੇ ਬਣਾਏ ਨੇ, ਆਰਾਮ ਦੇ ਨਾਲ ਤੁਸੀਂ ਕਰ ਸਕਦੇ ਹੋ। ਸੋ ਇਹ ਜਿਹੜੀ ਆਪਣੀ ਐਕਸਰਸਾਈਜ਼ ਹੈ ਬਿਲਕੁਲ ਆਸਾਨ ਹੈ, ਪਰ ਇਸ ਦੇ ਲਈ ਤੁਹਾਨੂੰ ਟੈਂਸਸ ਕਿਸ ਤਰ੍ਹਾਂ ਚੇਂਜ ਹੁੰਦੇ ਨੇ, ਮਤਲਬ ਕਿ ਇਨਡਾਇਰੈਕਟ ਸਪੀਚ ਦੇ ਵਿੱਚ, ਤਾਂ ਉਹ ਤੁਹਾਨੂੰ ਜਿਹੜਾ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਦੇ ਲਈ ਤੁਸੀਂ ਨਰੇਸ਼ਨਸ ਨੇ ਜਿਹੜੇ ਉਹ ਆਪਣੇ ਜ਼ਰੂਰ ਦੇਖੋ ਪਲੇਲਿਸਟ ਦੇ ਵਿੱਚੋਂ। ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ। ਜੇਕਰ ਸਮਝ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ बिल्कुल नहीं भूलना। सो मिलते हैं अगली वीडियो लेके, उदों तक दो इजाजत। थैंक यू सो मच।